ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਪੰਥ ਦੇ ਜਨਮਦਾਤਾ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਹਨ। ਆਪ ਪਹਿਲੇ ਅਵਤਾਰ ਹਨ ਜਿਨ੍ਹਾਂ ਨੇ ਆਪਣੇ ਪੂਰਬਲੇ ਜਨਮ ਬਾਰੇ ਵੀ ਲਿਖਿਆ ਹੈ। ਬਚਿੱਤਰ ਨਾਟਕ ਵਿੱਚ ਉਨ੍ਹਾਂ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ ਹੈ। ਆਪਣੇ ਪਿਛਲੇ ਜਨਮ ਬਾਰੇ ਉਹ ਲਿਖਦੇ ਹਨ ਕਿ ਹਿਮਾਲਿਆ ਪਰਬਤ ਦੀ ਗੋਦ ਵਿੱਚ ਜਿੱਥੇ 7 ਬਰਫ਼ ਦੀਆਂ ਚੋਟੀਆਂ ਸੁਭਾਇਮਾਨ ਹਨ, ਉਨ੍ਹਾਂ ਨੇ ਬਹੁਤ ਸਮਾਂ ਤਪੱਸਿਆ ਕੀਤੀ। ਉੱਥੇ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਹੋਏ ਪ੍ਰਭੂ ਨਾਲ ਇੱਕ ਜੋਤ ਇੱਕ ਸਰੂਪ ਹੋ ਗਏ ਹਨ। ਪ੍ਰਭੂ ਮਿਲਾਪ ਵਿੱਚ ਆਨੰਦਮਈ ਸਥਿਤੀ ਵਿੱਚ ਉਹ ਇੰਨੇ ਪ੍ਰਸੰਨ ਸਨ ਕਿ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਸਨ। ਜਿਸ ਸਥਾਨ ਤੇ ਗੁਰੂ ਜੀ ਨੇ ਭਗਤੀ ਕੀਤੀ ਉਸ ਸਥਾਨ ਨੂੰ ਹੇਮਕੁੰਟ ਪਰਬਤ ਕਹਿੰਦੇ ਹਨ। ਬਚਿੱਤਰ ਨਾਟਕ ਵਿਚਲੇ ਵਰਣਨ ਅਨੁਸਾਰ ਸਿੱਖਾਂ ਨੇ ਉਸ ਅਸਥਾਨ ਦੀ ਨਿਸ਼ਾਨਦੇਹੀ ਕਰ ਲਈ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ। ਅੱਜ ਕੱਲ੍ਹ ਹੇਮਕੁੰਟ ਵਿਖੇ ਇੱਕ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ। ਗੁਰਦੁਆਰਾ ਸਾਹਿਬ ਨਾਲ ਹੀ ਇੱਕ ਸਰੋਵਰ ਵੀ ਹੈ ਜਿਸ ਦਾ ਜਲ ਅਤੇ ਸੀਤਲ ਅਤੇ ਨਿਰਮਲ ਹੈ। ਹੇਮਕੁੰਟ ਤੱਕ ਪੁੱਜਣ ਲਈ ਹੁਣ ਰਾਹ ਵਿੱਚ ਕਈ ਗੁਰਦੁਆਰੇ ਅਤੇ ਸਰਾਵਾਂ ਬਣ ਗਈਆਂ ਹਨ ਅਤੇ ਪੱਕੀ ਸੜਕ ਵੀ ਬਣ ਗਈ ਹੈ। ਲੱਖਾਂ ਯਾਤਰੂ ਜੁਲਾਈ ਅਗਸਤ ਦੇ ਮਹੀਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕਰਦੇ ਹਨ। ਜਦ ਵੀ ਕੋਈ ਵਿਅਕਤੀ ਇਸ ਸਰੋਵਰ ਤੱਕ ਪਹੁੰਚਦਾ ਹੈ ਤਾਂ ਬੇਸ਼ੱਕ ਉਹ ਕਿੰਨਾ ਵੀ ਥੱਕਿਆ ਹੋਇਆ ਕਿਉਂ ਨਾ ਹੋਵੇ, ਇੱਕ ਡੁਬਕੀ ਮਾਰਨ ਨਾਲ ਹੀ ਉਸ ਦੀ ਸਾਰੀ ਥਕਾਵਟ ਜਾਂਦੀ ਰਹਿੰਦੀ ਹੈ। ਉਸ ਦਾ ਸਰੀਰ ਹੌਲਾ ਫੁੱਲ ਹੋ ਜਾਂਦਾ ਹੈ। ਉਹ ਫਿਰ ਇੰਜ ਅਨੁਭਵ ਕਰਦਾ ਹੈ ਜਿਵੇਂ ਉਸ ਦੀ ਸਾਰੀ ਜ਼ਿੰਦਗੀ ਦੀ ਥਕਾਵਟ ਹੀ ਦੂਰ ਹੋ ਗਈ ਹੋਵੇ ਤੇ ਉਸ ਨੂੰ ਇਲਾਹੀ ਆਨੰਦ ਦੀ ਪ੍ਰਾਪਤੀ ਹੋ ਗਈ ਹੋਵੇ। ਇਹ ਸਰੋਵਰ 400 ਗਜ ਲੰਮਾ ਅਤੇ 2 ਗਜ ਚੌੜਾ ਹੈ। ਸਮੁੰਦਰੀ ਸਤਹ ਤੋਂ ਇਸ ਦੀ ਉਚਾਈ 15,210 ਫੁੱਟ ਹੈ। ਇਸ ਸਰੋਵਰ ਦੇ 3 ਪਾਸੇ ਸਪਤਸ੍ਰਿੰਗੀ ਪਰਬਤ ਦੀਆਂ ਚੋਟੀਆਂ ਸੋਭ ਰਹੀਆਂ ਹਨ। ਅੱਜ ਕੱਲ੍ਹ ਇਹਨਾਂ ਸਾਰੀਆਂ ਚੋਟੀਆਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ। ਪੂਰਬਲੇ ਜਨਮ ਵਿੱਚ ਹੇਮਕੁੰਟ ਸਾਹਿਬ ਵਿਖੇ ਗੁਰੂ ਸਾਹਿਬ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਉਸ ਸਮੇਂ ਭਾਰਤ ਵਿੱਚ ਜ਼ੁਲਮ ਦੀ ਹੱਦ ਮੁੱਕ ਗਈ ਸੀ। ਹਾਕਮ ਲੋਕ ਪ੍ਰਜਾ ਉੱਤੇ ਅਤੀ ਜ਼ੁਲਮ ਢਾ ਰਹੇ ਸਨ। ਪ੍ਰਭੂ ਦਾ ਨਾਮ ਜਪਣ ਦੀ ਬਜਾਏ ਲੋਕ ਇੱਕ ਦੂਸਰੇ ਦਾ ਖੂਨ ਵਹਾ ਰਹੇ ਸਨ। ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਅੱਲਾਹ ਦੀ ਇਬਾਦਤ ਕਰਨ ਅਤੇ ਇੱਕ ਦੂਸਰੇ ਨਾਲ ਭਰਾਵਾਂ ਵਾਲਾ ਸਲੂਕ ਕਰਨ। ਪਰ ਮੁਸਲਮਾਨ ਹਾਕਮ ਇਬਾਦਤ ਕਰਨ ਦੀ ਬਜਾਏ ਲੁੱਟ-ਮਾਰ ਅਤੇ ਕਤਲੋ-ਗਾਰਤ ਕਰ ਰਹੇ ਸਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਸੀ। ਬਾਦਸ਼ਾਹ ਔਰੰਗਜ਼ੇਬ ਅੱਲਾਹ ਦਾ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਾਂ ਕਤਲ ਕਰ ਰਿਹਾ ਸੀ। ਅਕਾਲ ਪੁਰਖ ਪਾਸੋਂ ਵੀ ਅਜਿਹੇ ਕਠੋਰ ਜ਼ੁਲਮ ਸਹਿਣ ਨਹੀਂ ਸਨ ਹੋ ਰਹੇ। ਉਨ੍ਹਾਂ ਨੇ ਇਹ ਸੋਚਿਆ ਕਿ ਕਿਸੇ ਮਹਾਪੁਰਸ਼ ਨੂੰ ਦੁਨੀਆ ਵਿੱਚ ਭੇਜਿਆ ਜਾਏ ਜਿਹੜਾ ਇਸ ਜ਼ੁਲਮ ਦਾ ਨਾਸ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਜਪਣ ਵੱਲ ਲਾਏ। ਇਸ ਲਈ ਅਕਾਲ ਪੁਰਖ ਨੇ ਤਪਸਵੀ ਗੁਰੂ ਸਾਹਿਬ ਨੂੰ ਇਹ ਆਦੇਸ਼ ਕੀਤਾ ਕਿ ਉਹ ਭਾਰਤ ਵਿੱਚ ਜਨਮ ਲੈਣ। ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ ਨੂੰ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਵਿਖੇ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ ਅਤੇ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ। ਗੁਰੂ ਜੀ ਉਸ ਸਮੇਂ ਆਸਾਮ ਵੱਲ ਗਏ ਹੋਏ ਸਨ। ਉਨ੍ਹਾਂ ਨੂੰ ਆਸਾਮ ਵਿਖੇ ਹੀ ਖਬਰ ਭੇਜੀ ਗਈ। ਪਟਨਾ ਸ਼ਹਿਰ ਦੇ ਲੋਕਾਂ ਨੂੰ ਜਦ ਇਹ ਖੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬਹੁਤ ਖੁਸ਼ ਹੋਏ। ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ। ਖੁੱਲੇ ਲੰਗਰ ਲਾਏ ਅਤੇ ਰਾਤ ਨੂੰ ਦੀਪਮਾਲਾ ਕੀਤੀ। ਗੁਰੂ ਸਾਹਿਬ ਦੇ ਮਾਤਾ ਕਿਰਪਾਲ ਚੰਦ ਵੀ ਉੱਥੇ ਮੌਜੂਦ ਸਨ। ਉਹ ਗੁਰੂ ਜੀ ਦੀ ਪੂਰੀ ਸੇਵਾ ਸੰਭਾਲ ਕਰਦੇ ਸਨ ਅਤੇ ਵਾਰ-ਵਾਰ ਕਹਿੰਦੇ ਸਨ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਧਾਰਿਆ ਹੈ। ਇਸ ਲਈ ਬਾਬਾ ਪ੍ਰੀਤਮ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੋਤਸ਼ੀ ਜੀ ਦੀ ਭਵਿੱਖਬਾਣੀ। ਜਨਮ ਸਮੇਂ ਬਾਲਕ ਗੁਰੂ ਗੋਬਿੰਦ ਸਿੰਘ ਜੀ ਰੋਣ ਦੀ ਥਾਂ ਹਸੂ ਕਰਦਾ ਮੁਖੜਾ ਲੈ ਕੇ ਪ੍ਰਗਟ ਹੋਏ। ਬਾਲਕ ਦਾ ਰੰਗ ਗੋਰਾ ਸੀ ਤੇ ਨੈਣ ਨਕਸ਼ ਅਤੀ ਸੁੰਦਰ ਸਨ। ਉਸ ਦੀਆਂ ਕੋਮਲ
ਗੁਲਾਬੀ ਬੁੱਲੀਆਂ ਉੱਤੇ ਇੱਕ ਦਿਲ ਖਿੱਚਵੀਂ ਮੁਸਕਰਾਹਟ ਸੀ ਅਤੇ ਚਿਹਰੇ ਤੇ ਅਨੋਖਾ ਨੂਰ ਸੀ। ਉਸ ਤੇਜ ਪੂਰਨ ਮੁਖੜੇ ਤੇ ਨਜ਼ਰ ਨਾ ਟਿਕਦੀ। ਜੋ ਕੋਈ ਵੇਖਦਾ, ਉਸ ਦਾ ਸਿਰ ਆਪ ਹੀ ਬਾਲਕ ਗੁਰੂ ਜੀ ਦੇ ਚਰਨਾਂ ਤੇ ਝੁਕ ਜਾਂਦਾ। ਬਾਲਕ ਦੇ ਜਨਮ ਤੇ ਸਾਰੇ ਪਾਸਿਓਂ ਵਧਾਈਆਂ ਮਿਲਣ ਲੱਗੀਆਂ। ਪਟਨਾ ਸਾਹਿਬ ਵਿਖੇ ਗੁਰੂ ਘਰ ਦੀਆਂ ਸ਼ਰਧਾਲੂ ਸੰਗਤਾਂ ਭਾਰੀ ਸੰਖਿਆ ਵਿੱਚ ਰਹਿੰਦੀਆਂ ਸਨ। ਉਹ ਹੁਮ-ਹੁਮਾ ਕੇ ਦਰਸ਼ਨਾਂ ਲਈ ਆਉਣ ਲੱਗੀਆਂ। ਮਾਤਾ ਜੀ ਦੇ ਕਹਿਣ ਤੇ ਮਾਮਾ ਕਿਰਪਾਲ ਜੀ ਨਗਰ ਦੇ ਸਭ ਤੋਂ ਪ੍ਰਸਿੱਧ ਜੋਤਸ਼ੀ ਜੀ ਨੂੰ ਬੁਲਾ ਲਿਆਏ। ਜੋਤਸ਼ੀ ਜੀ ਨੇ ਸਾਹਿਬਜ਼ਾਦੇ ਦਾ ਜਨਮ ਲਗਨ ਵੇਖ ਕੇ ਦੱਸਿਆ ਕਿ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਤਾਂ ਕੋਈ ਅਵਤਾਰੀ ਜੀ ਹੈ। ਇਸ ਦੇ ਲਗਨ ਬੜੇ ਸ਼੍ਰੇਸ਼ਟ ਹਨ। ਇਹਨਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਸੰਸਾਰ ਤੇ ਬੜਾ ਉਪਕਾਰ ਕਰੇਗਾ, ਜਿਸ ਕਰਕੇ ਸਾਰਾ ਜਗਤ ਇਹਨਾਂ ਨੂੰ ਪੂਜੇਗਾ। ਇਹ ਮਹਾਬਲੀ ਤੇ ਪ੍ਰਤਾਪਵਾਨ ਸੂਰਮਾ ਹੋਵੇਗਾ ਅਤੇ ਜ਼ਾਲਮਾਂ ਦਾ ਨਾਸ ਕਰੇਗਾ। ਇਸ ਦੇ ਨਾਲ ਹੀ ਇਹ ਉੱਚ ਕੋਟੀ ਦਾ ਵਿਦਵਾਨ ਹੋਵੇਗਾ। ਇਸ ਦੇ ਅੰਦਰ ਸੰਗਠਨ ਦੀ ਅਥਾਹ ਸ਼ਕਤੀ ਹੋਵੇਗੀ। ਇਸ ਤੋਂ ਵਿਚਾਰ ਹੁੰਦਾ ਹੈ ਕਿ ਇਹ ਕੋਈ ਨਵਾਂ ਪੰਥ ਸਾਜੇਗਾ, ਜਿਹੜਾ ਵਿਸ਼ੇਸ਼ ਤੇ ਸ੍ਰੇਸ਼ਟ ਗੁਣਾਂ ਦਾ ਧਾਰਨੀ ਹੋਵੇਗਾ ਅਤੇ ਦੇਸ਼ ਤੇ ਧਰਮ ਦੀ ਰੱਖਿਆ ਲਈ ਬੜੀਆਂ ਕਾਲਣਾ ਕਾਲੇਗਾ। ਬਾਲਕ ਦੀ ਪਾਲਣਾ ਬੜੇ ਲਾਡ ਪਿਆਰ ਨਾਲ ਹੋਣ ਲੱਗੀ। ਸਮੇਂ ਬੜੇ ਨਾਜ਼ੁਕ ਸਨ, ਇਸ ਲਈ ਉਸ ਦੀ ਸੰਭਾਲ ਬੜੀ ਚੌਕਸੀ ਨਾਲ ਕੀਤੀ ਜਾਂਦੀ। ਜੋ ਕੋਈ ਬਾਲਕ ਦੇ ਦਰਸ਼ਨਾਂ ਲਈ ਆਉਂਦਾ, ਉਸ ਨੂੰ ਕੁੱਛੜ ਚੁੱਕ ਕੇ ਦੂਰ ਤੋਂ ਹੀ ਦਰਸ਼ਨ ਕਰਾ ਦਿੱਤੇ ਜਾਂਦੇ, ਕਿਸੇ ਦੇ ਹੱਥਾਂ ਵਿੱਚ ਨਾ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਭੀਖਣ ਸ਼ਾਹ ਦਾ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਉਣਾ। ਭੀਖਣ ਸ਼ਾਹ ਇੱਕ ਪਹੁੰਚੇ ਹੋਏ ਫਕੀਰ ਸਨ। ਉਹਨਾਂ ਨੇ ਰੱਬ ਦੀ ਇੰਨੀ ਭਗਤੀ ਕੀਤੀ ਸੀ ਕਿ ਆਪ ਹੀ ਰੱਬੀ ਰੂਪ ਬਣ ਗਏ ਸਨ। ਉਹ ਪੰਜਾਬ ਦੇ ਇੱਕ ਪਿੰਡ ਸਿਆਣਾਂ ਦੇ ਰਹਿਣ ਵਾਲੇ ਸਨ। ਉਹਨਾਂ ਦਾ ਜਨਮ ਇਸੇ ਪਿੰਡ ਵਿੱਚ ਹੀ ਸੰਨ 1637 ਈਸਵੀ ਨੂੰ ਹੋਇਆ ਸੀ। ਉਹਨਾਂ ਦੀ ਇਬਾਦਤ ਅਤੇ ਪਾਕ ਪਵਿੱਤਰ ਜੀਵਨ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਣ ਕਰਦੇ ਸਨ। ਲੱਖਾਂ ਹਿੰਦੂ ਮੁਸਲਮਾਨ ਉਹਨਾਂ ਦੇ ਸ਼ਰਧਾਲੂ ਸਨ। ਇੱਕ ਦਿਨ ਜਦ ਉਹ ਆਪਣੀ ਇਬਾਦਤ ਵਿੱਚ ਲੀਨ ਸਨ ਤਾਂ ਉਹਨਾਂ ਨੂੰ ਪੂਰਬ ਵਾਲੇ ਪਾਸੇ ਰੱਬੀ ਨੂਰ ਦਿਖਾਈ ਦਿੱਤਾ। ਉਹਨਾਂ ਨੇ ਆਪਣੇ ਰੱਬੀ ਗਿਆਨ ਰਾਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਪੁਰਸ਼ ਨੇ ਜਨਮ ਲਿਆ ਹੈ। ਇਸ ਰੱਬੀ ਜਲਵੇ ਦੀ ਖਿੱਚ ਕਾਰਨ ਉਹਨਾਂ ਪੱਛਮ ਦੀ ਬਜਾਏ ਪੂਰਬ ਵੱਲ ਸਜਦਾ ਕੀਤਾ। ਉਹਨਾਂ ਦੇ ਸ਼ਰਧਾਲੂ ਉਹਨਾਂ ਦੇ ਇਸ ਕਾਰਜ ਤੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ। ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇੱਕ ਰੱਬੀ ਨੂਰ ਦਾ ਜਲਵਾ ਵੇਖਿਆ ਹੈ। ਉੱਥੇ ਇੱਕ ਮਹਾਪੁਰਸ਼ ਦੇ ਘਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ। ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਪੀਰ ਜੀ ਆਪਣੇ ਕੁਝ ਚੁਣਵੇਂ ਸਾਥੀਆਂ ਨੂੰ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ। ਪੀਰ ਜੀ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਮੰਗ ਕੀਤੀ। ਮਾਤਾ ਜੀ ਪੀਰ ਜੀ ਦਾ ਇੰਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਕੇ ਆਦਰ ਨਾਲ ਬਿਠਾਇਆ। ਜਦੋਂ ਬਾਲ ਗੋਬਿੰਦ ਉਹਨਾਂ ਦੇ ਸਾਹਮਣੇ ਹੋਏ ਤਾਂ ਭੀਖਣ ਸ਼ਾਹ ਨੇ ਖੜੇ ਹੋ ਕੇ ਉਹਨਾਂ ਨੂੰ ਸਜਦਾ ਕੀਤਾ। ਫਿਰ ਉਹਨਾਂ ਨੇ ਆਪਣੇ ਚੋਗੇ ਵਿੱਚੋਂ 2 ਕੁੱਜੀਆਂ ਕੱਢੀਆਂ। ਇੱਕ ਵਿੱਚ ਉਹਨਾਂ ਨੇ ਦੁੱਧ ਪਾਇਆ ਤੇ ਦੂਜੀ ਵਿੱਚ ਪਾਣੀ ਅਤੇ ਦੋਵੇਂ ਕੁੱਜੀਆਂ ਗੋਬਿੰਦ ਜੀ ਦੇ ਅੱਗੇ ਕੀਤੀਆਂ। ਸਾਹਿਬਜ਼ਾਦਾ ਜੀ ਮੁਸਕਰਾਏ ਤੇ ਉਹਨਾਂ ਨੇ ਆਪਣੇ ਦੋਵੇਂ ਹੱਥ ਦੋਹਾਂ ਕੁੱਜੀਆਂ ਉੱਤੇ ਰੱਖ ਦਿੱਤੇ। ਇਹ ਵੇਖ ਕੇ ਸਾਈਂ ਜੀ ਦਾ ਚਿਹਰਾ ਖਿੜ ਗਿਆ। ਉਹਨਾਂ ਨੇ ਇੱਕ ਵਾਰ ਫੇਰ ਬਾਲਕ ਦੇ ਚਰਨਾਂ ਤੇ ਸਿਰ ਨਿਵਾਇਆ ਤੇ ਕਿਹਾ ਕਿ ਸਾਡੇ ਧੰਨ ਭਾਗ ਹਨ, ਸਾਹਿਬਜ਼ਾਦਾ ਜੀ ਨੇ ਮੇਰੀ ਦਿਲੀ ਖੁਹਾਸ਼ ਪੂਰੀ ਕਰ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਅਤੇ ਬਾਲ ਖੇਡਾਂ। ਬਾਲ ਗੋਬਿੰਦ ਹੌਲੀ-ਹੌਲੀ 5 ਵਰ੍ਹਿਆਂ ਦੇ ਹੋ ਗਏ। ਹੁਣ ਆਪ ਆਪਣੇ ਹਾਣੀਆਂ ਨਾਲ ਨਗਰ ਦੇ ਬਾਹਰ ਗੰਗਾ ਦੇ ਕਿਨਾਰੇ ਖੇਡਣ ਜਾਣ ਲੱਗੇ। ਉੱਥੇ ਉਹ ਅਜਿਹੀਆਂ ਖੇਡਾਂ ਖੇਡਦੇ ਜੋ ਉਹਨਾਂ ਤੋਂ ਵੱਡੀ ਉਮਰ ਦੇ ਬਾਲਕਾਂ ਲਈ ਵੀ ਵਚਿੱਤਰ ਹੁੰਦੀਆਂ। ਇੱਕ ਦਿਨ ਮਾਮਾ ਕਿਰਪਾਲ ਦਾਸ ਸਬਬ ਨਾਲ ਉਧਰ ਚਲੇ ਗਏ ਤਾਂ ਉਹਨਾਂ ਨੇ ਉਸ ਵਚਿੱਤਰ ਖੇਡ ਦੀ ਝਲਕ ਵੇਖੀ। ਉਹਨਾਂ ਨੇ ਵੇਖਿਆ ਕਿ ਗੋਬਿੰਦ ਜੀ ਆਪਣੇ ਹਾਣੀਆਂ ਦੀਆਂ 2 ਟੋਲੀਆਂ ਬਣਾਈਆਂ ਹੋਈਆਂ ਹਨ। ਹਰ ਟੋਲੀ ਵਿੱਚ 5-5 ਬਾਲਕ ਹਨ। ਉਹਨਾਂ ਸਭਨਾਂ ਦੇ ਹੱਥਾਂ ਵਿੱਚ ਕਾਨਿਆਂ ਦੀਆਂ ਛਮਕਾਂ ਹਨ ਤੇ ਉਹ ਆਹਮੋ ਸਾਹਮਣੇ ਖੜੀਆਂ ਬੜੇ ਜੋਸ਼ ਤੇ ਕੌਸ਼ਲ ਨਾਲ ਆਪਸ ਵਿੱਚ ਨਕਲੀ ਯੁੱਧ ਕਰ ਰਹੀਆਂ ਹਨ। ਦੋਹਾਂ ਟੋਲੀਆਂ ਦੇ ਸਿਰ ਤੇ ਉਹਨਾਂ ਦਾ ਸੈਨਾਪਤੀ ਖੜਾ ਸੀ। ਉਹ ਬੜੇ ਸ਼ੌਕ ਨਾਲ ਉਹਨਾਂ ਦਾ ਬਾਲ ਯੁੱਧ ਵੇਖ ਰਿਹਾ ਸੀ। ਜਦੋਂ ਕੋਈ ਸੈਨਿਕ ਕੋਈ ਭੁੱਲ ਕਰਦਾ ਜਾਂ ਕੋਈ ਅਯੋਗ ਹਰਕਤ ਕਰਦਾ,
ਤਾਂ ਉਹ ਝਟ ਉਸ ਦੀ ਸੋਧ ਕਰਦਾ। ਵਿੱਚ ਉਹ ਵਾਹ ਤੇ ਸ਼ਾਬਾਸ਼ ਆਦਿ ਸ਼ਬਦਾਂ ਦੁਆਰਾ ਉਹਨਾਂ ਦਾ ਹੌਸਲਾ ਵਧਾਉਂਦਾ। ਇਹ ਸੈਨਾਪਤੀ ਕਿੰਨਾ ਵਚਿੱਤਰ ਸੀ। ਉਮਰ ਵਿੱਚ ਤਾਂ ਉਹ ਆਪਣੇ ਸਾਥੀਆਂ ਦੇ ਬਰਾਬਰ ਹੀ ਸੀ, ਪਰ ਕੱਦ ਉਸ ਦਾ ਨਿਕਲਵਾਨ ਸੀ, ਤੇ ਜਿੱਥੇ ਦੂਜੇ ਬਾਲਕਾਂ ਨੇ ਸਾਧਾਰਨ ਕੱਪੜੇ ਪਾਏ ਹੋਏ ਸਨ, ਉਸਨੇ ਚੁਸਤ ਪਜਾਮਾ, ਕੇਸਰੀ ਚੋਲਾ ਤੇ ਗੁਲਾਬੀ ਦਸਤਾਰ ਸਜਾਈ ਹੋਈ ਸੀ। ਉਸਦੇ ਮੋਢੇ ਤੇ ਕਮਾਨ ਲਟਕ ਰਹੀ ਸੀ, ਲੱਕ ਨਾਲ ਕਸਵਾ ਪਟਕਾ ਬੱਝਾ ਸੀ, ਤੇ ਉਸ ਵਿੱਚ ਨੰਨੀ ਕਿਰਪਾਨ ਖੋਸੀ ਹੋਈ ਸੀ। ਚਿਹਰਾ ਉਸਦਾ ਦਗ ਕਰਦਾ ਸੀ ਤੇ ਮਸਤਕ ਉੱਪਰ ਅਨੋਖਾ ਤੇਜ ਸੀ। ਜਦੋਂ ਉਹ ਬੋਲਦਾ ਤਾਂ ਉਹਦੀ ਆਵਾਜ਼ ਵਿੱਚ ਇੱਕੋ ਵੇਲੇ ਇੱਕ ਸੈਨਾਪਤੀ ਦੀ ਡਬਕ ਤੇ ਇੱਕ ਸਾਥੀ ਦੀ ਕੋਮਲਤਾ ਹੁੰਦੀ। ਸ਼ਾਇਦ ਉਸਦੇ ਇਹਨਾਂ ਅਨੋਖੇ ਗੁਣਾਂ ਕਰਕੇ ਹੀ ਉਸਦੇ ਖੇਡ ਦੇ ਸਾਥੀ ਉਸਦੇ ਹੁਕਮ ਤੇ ਚੱਲਣ ਵਿੱਚ ਮਾਣ ਸਮਝਦੇ ਸਨ। ਨਕਲੀ ਬਾਲ ਯੁੱਧ ਕਿੰਨਾ ਚਿਰ ਚੱਲਦਾ ਰਿਹਾ। ਕਦੀ ਇੱਕ ਟੋਲੀ ਦਾ ਹੱਥ ਉੱਚਾ ਹੋ ਜਾਂਦਾ, ਕਦੀ ਦੂਜੀ ਦਾ, ਪਰ ਕੋਈ ਵੀ ਟੋਲੀ ਮੈਦਾਨ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਸੀ। ਅਖੀਰ ਘੰਟੇ ਭਰ ਦੀ ਪੁਰਜੋਸ਼ ਲੜਾਈ ਤੋਂ ਬਾਅਦ ਉਹ ਦਲ, ਜਿਸ ਦਾ ਮੂੰਹ ਪੱਛਮ ਵੱਲ ਸੀ, ਪੂਰਬ ਵੰਨੇ ਮੂੰਹ ਵਾਲੇ ਦਲ ਕੋਲੋਂ ਪਾਂਝ ਖਾ ਗਿਆ ਤੇ ਮੈਦਾਨ ਛੱਡ ਕੇ ਨੱਸ ਤੁਰਿਆ। ਇਹ ਬਦੀ ਦੀ ਫੌਜ ਸੀ ਤੇ ਮੈਦਾਨ ਨੇਕੀ ਦੀ ਫੌਜ ਦੇ ਹੱਥ ਆ ਗਿਆ। ਜੇਤੂ ਫੌਜ ਖੁਸ਼ੀ ਦੇ ਨਾਅਰੇ ਮਾਰਨ ਲੱਗੀ ਤੇ ਹਾਰੀ ਹੋਈ ਫੌਜ ਦੇ ਸੈਨਿਕਾਂ ਦਾ, ਜਿਹੜੇ ਥੋੜੀ ਦੂਰ ਖੜੇ ਸਨ, ਮੂੰਹ ਚਿੜਾਉਣ ਲੱਗੀ। ਪਰ ਸੈਨਾਪਤੀ ਬਾਲ ਗੋਬਿੰਦ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ ਕਿ ਸੈਨਿਕ ਵਿਚਾਰੇ ਤਾਂ ਨੌਕਰੀ ਦੇ ਬਦਲੇ ਲੜਦੇ ਹਨ, ਉਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਸਾਡੀ ਅਸਲ ਟੱਕਰ ਤਾਂ ਬੁਰਾਈ ਨਾਲ ਹੈ, ਅੱਜ ਦੇ ਹਾਕਮਾਂ ਨਾਲ ਹੈ। ਅਸੀਂ ਉਹਨਾਂ ਦਾ ਮੂੰਹ ਚਿੜਾਉਣਾ ਹੈ। ਸੈਨਾਪਤੀ ਨੇ ਇਹ ਸ਼ਬਦ ਕਹੇ ਹੀ ਸਨ ਕਿ ਇਲਾਕੇ ਦੇ ਹਾਕਮ ਦੇ ਸਿਪਾਹੀ ਉਧਰੋਂ ਲੰਘਦੇ ਵਿਖਾਈ ਦਿੱਤੇ। ਬਾਲਕਾਂ ਨੂੰ ਵੇਖ ਕੇ ਉਹ ਉਹਨਾਂ ਦੇ ਕੋਲ ਆ ਗਏ ਤੇ ਬੜੇ ਰੋਹਬ ਨਾਲ ਕਹਿਣ ਲੱਗੇ, ਮੁੰਡਿਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਅਦਬ ਨਾਲ ਖੜੇ ਹੋ ਜਾਓ। ਜਦੋਂ ਸਵਾਰੀ ਲੰਘੇ ਤਾਂ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ। ਇਹ ਕਹਿ ਕੇ ਚੌਬਦਾਰ ਅੱਗੇ ਲੰਘ ਗਏ। ਮੁੰਡਿਆਂ ਨੇ ਆਪਣੇ ਸੈਨਾਪਤੀ ਵੱਲ ਵੇਖਿਆ। ਸੈਨਾਪਤੀ ਗੰਭੀਰ ਖੜਾ ਸੀ। ਉਸਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਸੁਹਾ ਹੋ ਰਿਹਾ ਸੀ। ਉਸਨੇ ਸਾਰੇ ਬਾਲਕਾਂ ਨੂੰ ਆਪਣੇ ਨੇੜੇ ਬੁਲਾਇਆ ਤੇ ਬੜੀ ਗੰਭੀਰ ਆਵਾਜ਼ ਵਿੱਚ ਕਹਿਣ ਲੱਗਾ, ਸਾਥੀਓ, ਮੈਂ ਹੁਣੇ ਤੁਹਾਨੂੰ ਜੋ ਗੱਲ ਕਹੀ ਸੀ, ਉਸ ਦੇ ਪਰਤਾਵੇ ਦਾ ਮੌਕਾ ਆ ਬਣਿਆ ਹੈ। ਅਸੀਂ ਕਿਸੇ ਰੜੇ ਨਵਾਬ ਨੂੰ ਸਲਾਮਾਂ ਨਹੀਂ ਕਰਨੀਆਂ। ਤੁਸੀਂ ਪਾਲ ਬਣਾ ਕੇ ਖੜੇ ਹੋ ਜਾਓ ਤੇ ਜਦੋਂ ਨਵਾਬ ਦੀ ਸਵਾਰੀ ਲੰਘਣ ਲੱਗੇ ਤਾਂ ਉਸ ਦਾ ਮੂੰਹ ਚਿੜਾ ਕੇ ਫੌਰਨ ਖੇਤਾਂ ਵਿੱਚੋਂ ਹਰਨਾ ਹੋ ਜਾਣਾ। ਖਬਰਦਾਰ, ਡਰਨਾ ਨਹੀਂ। ਬਾਲਕਾਂ ਦੇ ਚਿਹਰੇ ਖੁਸ਼ੀ ਨਾਲ ਚਮਕ ਉੱਠੇ, ਜਿਵੇਂ ਕੋਈ ਨਵੀਂ ਖੇਡ ਹੱਥ ਆਈ ਹੋਵੇ। ਉਹਨਾਂ ਨੇ ਜੋਸ਼ ਨਾਲ ਬਾਹਾਂ ਉਲਾਰੀਆਂ ਤੇ ਫਤਿਹ ਦੇ ਨਾਅਰੇ ਲਾਏ। ਉਹ ਦ੍ਰਿੜਤਾ ਤੇ ਨਿਡਰਤਾ ਦੇ ਭਾਵ ਚਿਹਰਿਆਂ ਤੇ ਲਈ ਨਵਾਬ ਦਾ ਰਾਹ ਵੇਖਣ ਲੱਗੇ। ਉਹਨਾਂ ਦਾ ਸੈਨਾਪਤੀ ਉਹਨਾਂ ਦੇ ਹੌਸਲੇ ਤੇ ਨਿਡਰਤਾ ਦੀ ਪ੍ਰੀਖਿਆ ਲੈਣ ਲੱਗਾ ਸੀ ਤੇ ਉਹਨਾਂ ਦਾ ਦ੍ਰਿੜ ਨਿਸ਼ਚਾ ਸੀ ਕਿ ਉਹ ਇਸ ਪ੍ਰੀਖਿਆ ਵਿੱਚ ਪੂਰੇ ਉਤਰਨਗੇ। ਨਵਾਬ ਦੀ ਸਵਾਰੀ ਆ ਪਹੁੰਚੀ। ਉਹ ਆਪਣੀਆਂ ਬੇਗਮਾਨ ਤੇ ਦਾਸੀਆਂ ਨਾਲ ਦਰਿਆ ਦੇ ਕੰਢੇ ਸੈਰ ਲਈ ਨਿਕਲਿਆ ਸੀ। ਰੇਤੇ ਉੱਪਰ ਬਾਲਕਾਂ ਪਾਲ ਬਨ ਕੇ ਖਲੋਤਾ ਵੇਖ ਕੇ ਉਹ ਦਿਲ ਵਿੱਚ ਖੁਸ਼ ਹੋਇਆ ਕਿ ਇਹ ਮੈਨੂੰ ਚੁੱਕ ਕੇ ਸਲਾਮਾਂ ਕਰਨਗੇ ਤੇ ਬੇਗਮਾਨ ਤੇ ਦਾਸੀਆਂ ਦੀਆਂ ਨਜ਼ਰਾਂ ਵਿੱਚ ਮੇਰਾ ਵਕਾਰ ਹੋਰ ਵਧੇਗਾ। ਉਹ ਹੰਕਾਰ ਨਾਲ ਤੌਣ ਅਕੜਾ ਕੇ ਬਾਲਕਾਂ ਦੇ ਕੋਲੋਂ ਦੀ ਲੰਘ ਗਿਆ। ਇਸੇ ਵੇਲੇ ਸੈਨਾਪਤੀ ਨੇ ਇੱਕ ਗੁਪਤ ਇਸ਼ਾਰਾ ਕੀਤਾ। ਬਾਲਕਾਂ ਦੀਆਂ ਸਿਰੀਆਂ ਅਗਾਂ ਨੂੰ ਨਿਕਲੀਆਂ ਤੇ ਨਵਾਬ ਉੱਤੇ ਟਿਚਕਾਰ ਭਰੀ ਦੀ ਵਰਖਾ ਸ਼ੁਰੂ ਹੋ ਗਈ। ਨਵਾਬ ਹੱਕਾ ਬੱਕਾ ਰਹਿ ਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਹੋਸ਼ ਸੰਭਾਲਦਾ, ਬਾਲਕ ਹਰਨਾਂ ਵਾਂਗ ਕਲਾਂਚਾ ਭਰਦੇ ਖੇਤਾਂ ਵਿੱਚੋਂ ਦੀ ਇਹ ਜਾ ਕਿਤੇ ਦੇ ਕਿਤੇ ਨਿਕਲ ਗਏ। ਮਾਮਾ ਕਿਰਪਾਲ ਦਾਸ ਜੀ ਇੱਕ ਰੁੱਖ ਦੇ ਓਹਲੇ ਖੜੇ ਇਹ ਸਭ ਕੁਝ ਵੇਖ ਰਹੇ ਸਨ। ਉਹ ਘਬਰਾ ਗਏ ਤੇ ਨਵਾਬ ਦੇ ਸਿਪਾਹੀਆਂ ਤੋਂ ਬਚਦੇ ਬਚਾਉਂਦੇ ਘਰ ਨੂੰ ਪਰਤ ਪਏ। ਬਾਲ ਗੋਬਿੰਦ ਘਰ ਪਹੁੰਚੇ। ਉਹਨਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ ਤੇ ਅੱਖਾਂ ਦੀ ਤੱਕਣੀ ਕਿਸੇ ਸੋਚ ਕਾਰਨ ਡੂੰਗੀ ਜਾਪਦੀ ਸੀ। ਮਾਤਾ ਗੁਜਰੀ ਜੀ ਵਿਹੜੇ ਵਿੱਚ ਪੀੜ੍ਹੀ ਤੇ ਬੈਠੇ ਸੂਤਰ ਅਟੇਰ ਰਹੇ ਸਨ। ਬਾਲਕ ਗੋਬਿੰਦ ਰਾਏ ਦੇ ਚਿਹਰੇ ਦੇ ਅਸਾਧਾਰਨ ਭਾਵ ਨੂੰ ਵੇਖ ਕੇ ਉਹਨਾਂ ਦੇ ਦਿਲ ਨੂੰ ਤੌਖਲਾ ਜਿਹਾ ਲੱਗਾ। ਪਿਆਰ ਨਾਲ ਪੁੱਛਣ ਲੱਗੇ, ਕਾਕਾ ਜੀ, ਕੀ ਗੱਲ ਏ, ਬੜੇ ਹੈਰਾਨ ਜਾਪਦੇ ਹੋ। ਗੋਬਿੰਦ ਰਾਏ ਮਾਤਾ ਜੀ ਵੱਲ ਵੇਖ ਕੇ ਮੁਸਕਰਾਏ ਤੇ ਬੜੇ ਹੁਲਾਸ ਨਾਲ ਬੋਲੇ, ਮਾਤਾ ਜੀ, ਅੱਜ ਅਸੀਂ ਇੱਕ ਵੱਡਾ ਕਾਰਨਾਮਾ ਕੀਤਾ ਹੈ। ਅੱਜ ਅਸੀਂ ਬਦੀ ਦਾ ਮੂੰਹ ਚਿੜਾਇਆ ਹੈ। ਅਸੀਂ ਨਵਾਬ ਅੱਗੇ ਝੁਕਣ ਤੋਂ ਨਾ ਕੀਤੀ। ਮਾਤਾ ਜੀ ਦੇ ਮਿੱਠੇ ਨਕਸ਼ਾ ਤੇ ਚਿੰਤਾ ਭਰੀ ਗੰਭੀਰਤਾ ਛਾ ਗਈ। ਸਮਾਂ ਬੜਾ ਔਖਾ ਹੈ। ਹਾਕਮ ਬੜੇ ਜ਼ਾਲਮ ਹਨ। ਬਾਲਕ ਬੜਾ ਚੰਚਲ ਹੈ। ਉਹ ਕੋਈ ਅਜਿਹੀ ਗੱਲ ਨਾ ਕਰ ਆਇਆ ਹੋਵੇ। ਉਹਨਾਂ ਨੇ ਤੌਖਲੇ ਭਰੀ ਕਾਹਲ ਨਾਲ ਪੁੱਛਿਆ, ਕਿਵੇਂ ਬੇਟਾ ਜੀ, ਕਿਵੇਂ ਤੁਸੀਂ ਇਹ ਕੀਤਾ। ਬਾਲ ਗੋਬਿੰਦ ਨੇ ਇੱਕ ਵੀਰ ਸਿਪਾਹੀ ਦੇ ਜੋਸ਼ੀਲੇ ਲਹਿਜੇ ਵਿੱਚ ਸਾਰੀ ਘਟਨਾ ਕਹਿ ਸੁਣਾਈ।
ਅਸੀਂ ਕੀ ਜਾਣਦੇ ਹਾਂ ਇਹਨਾਂ ਰੜੇ ਨਵਾਬਾਂ ਨੂੰ। ਉਹਨਾਂ ਨੇ ਗੱਲ ਮੁਕਾਉਂਦਿਆਂ ਕਿਹਾ, ਜ਼ਾਲਮ, ਪਾਪੀ, ਪ੍ਰਜਾ ਦੇ ਹਤਿਆਰੇ। ਮਾਤਾ ਜੀ ਦੇ ਦਿਲ ਤੇ ਫਿਕਰ ਭਰਿਆ ਸਹਿਮ ਛਾ ਗਿਆ। ਉਹ ਬਾਲ ਗੋਬਿੰਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੇ, ਪਰ ਪੁੱਤਰ ਜੀ, ਉਹ ਹਾਕਮ ਹਨ, ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਸੀਂ ਉਹਨਾਂ ਤੋਂ ਪਰੇ ਰਿਹਾ ਕਰੋ। ਪਰ ਤੁਸੀਂ ਆਪ ਹੀ ਦੱਸਦੇ ਹੁੰਦੇ ਹੋ ਕਿ ਉਹ ਲੋਕਾਂ ਦੇ ਦੋਖੀ ਹਨ, ਪਾਪੀ ਹਨ, ਤੇ ਪਿਤਾ ਜੀ ਆਖਿਆ ਕਰਦੇ ਹਨ ਕਿ ਸਾਨੂੰ ਪਾਪ ਅੱਗੇ ਝੁਕਣਾ ਨਹੀਂ ਚਾਹੀਦਾ, ਸਗੋਂ ਹੌਂਸਲੇ ਨਾਲ ਉਸ ਦਾ ਟਾਕਰਾ ਕਰਨਾ ਚਾਹੀਦਾ ਹੈ। ਇਹ ਤਾਂ ਠੀਕ ਹੈ, ਪਰ ਤੁਸੀਂ ਅਜੇ ਛੋਟੇ ਹੋ, ਬਹੁਤ ਛੋਟੇ ਹੋ। ਜਦੋਂ ਵੱਡੇ ਹੋਵੋਗੇ, ਉਸ ਵੇਲੇ ਅਜਿਹੇ ਕੌਤਕ ਕਰ ਲੈਣੇ। ਬਾਲ ਗੋਬਿੰਦ ਜੋਸ਼ ਨਾਲ ਬੋਲੇ, ਪਾਪ ਨਾਲ ਟੱਕਰ ਲੈਣ ਲਈ ਕੋਈ ਉਮਰ ਛੋਟੀ ਨਹੀਂ। ਮਾਤਾ ਜੀ ਹੈਰਾਨ ਹੋ ਕੇ ਸਪੁੱਤਰ ਦੇ ਨੂਰਾਨੀ ਚਿਹਰੇ ਵੱਲ ਵੇਖਣ ਲੱਗੇ।